आप देख रहे हैं न्यूज इंडिया नाउ। आज की अपडेट हम आपको पंजाब के डिस्ट्रिक्ट लुधियाना से बताएंगे। 2 दिन की बूंदाबांदी बारिश ने मौसम में लाया बदलाव। सूखी ठंड पड़ने से बच्चों और बूढ़ों को बीमारी से मिली राहत। मौसम विभाग ने दी चेतावनी। तेज बारिश, बर्फबारी, ठंड बढ़ने के दिए संकेत। बारिश पड़ने से दुकानदारों को पड़ी मंदी की मार। बुजुर्गों के अनुसार सर्दी का मौसम से ठंड अगस्त सितंबर में शुरू हो जाती थी। दिसंबर में लोग रजाइयां और कोयले की अंगीठी का सहारा लेकर ठंड से बचाव करते थे, लेकिन पिछले दिनों में सर्दी के मौसम में कोहरा पड़ने से सूखी ठंड चल रही थी, जिससे ठंड का असर भी कम था। 2 दिन की बारिश ने लोगों को ठंड का एहसास दिला दिया। लोगों द्वारा बारिश का आनंद लेते हुए घरों में बैठने को मजबूर हो गए। वहीं दुकानदारों द्वारा कोयले की अंगीठी लगाकर आग सेकना शुरू कर दिया है। दुकानदारों ने बताया कि ठंड से ग्राहकों की आवाजाही कम हो गई है, जिससे दुकानों की सेल में कमी आई है। दूसरी तरफ कोरोना महामारी ने भी दस्तक दे दी है, जिससे कारोबार में काफी प्रभाव पड़ेगा। संवाददाता गुरप्रीत संधू की रिपोर्ट। ਕੀ ਨਾਮ ਹੈ ਤੁਹਾਡਾ? ਜਿਹੜਾ ਕਿ ਦੇਖਿਆ ਗਿਆ ਕਿ ਬਰਸਾਤ ਸਟਾਰਟ ਹੋਈ ਆ ਔਰ ਜਿਹਦੇ ਮੌਸਮ ਬਰਸਾਤੀ ਹੋਣ ਕਰਕੇ ਕਿੰਨਾ ਕੁ ਕਾਰੋਬਾਰ 'ਚ ਅਸਰ ਪਿਆ ਹੈਗਾ ਔਰ ਜਿਹੜੀ ਆਵਾਜਾਈ ਨੂੰ ਕਿੰਨਾ ਕੁ ਇਹਦਾ ਅਸਰ ਪਿਆ ਹੈਗਾ? ਹਾਂਜੀ, ਮੇਰਾ ਨਾਮ ਰਜਿੰਦਰ ਕੁਮਾਰ ਹੈ ਜੀ। ਤੇ ਮੈਂ ਕਹਿਣਾ ਚਾਹਾਂਗਾ ਕਿ ਜੋ ਇਹ ਸਰਦੀ ਦਾ ਮੌਸਮ ਹੈ, ਬੇਮੌਸਮਾ ਜਿਹਾ ਜਿਹੜਾ ਮੌਸਮ ਚੱਲ ਰਿਹਾ ਹੈ, ਇਹ ਬੇਟਾਈਮੇ ਬਰਸਾਤ ਹੋਈ ਹੈ। ਇਹ ਜਿਹੜੀ ਠੰਡ ਸੀਗੀ ਆਪਣਾ ਅੱਜ ਤੋਂ ਦੇਖਿਆ ਜਾਵੇ 7-8 ਸਾਲ ਪਹਿਲਾਂ ਤੇ ਅਕਤੂਬਰ ਨਵੰਬਰ 'ਚ ਬਹੁਤ ਜ਼ਿਆਦਾ ਠੰਡ ਹੁੰਦੀ ਸੀ, ਜਿਹੜੀ ਕਿ ਉਹ ਠੰਡ ਹੁਣ ਅੱਜ 2022 ਜਨਵਰੀ ਦੇ ਵਿੱਚ ਸ਼ੁਰੂ ਹੋਈ ਹੈ। ਔਰ ਬਰਸਾਤ ਦੇ ਕਾਰਨ ਕੰਮਕਾਰ ਨੂੰ ਵੀ ਬਹੁਤ ਬੁਰਾ ਅਸਰ ਪੈ ਰਿਹਾ ਹੈ ਔਰ ਮੌਸਮ ਦਾ ਬੜਾ ਹੀ ਲੋਕਾਂ ਜ਼ਿਆਦਾ ਨਹੀਂ ਅੱਗ ਸੇਕਣ ਨਾਲ ਰਹਿੰਦਾ ਜੀ। ਅੱਗ ਤਾਂ ਕਿਸੇ ਟਾਈਮ ਤੇ ਸੇਕੀ ਜਾਂਦੀ ਸੀ ਜੀ, ਹੁਣ ਤਾਂ ਉਹੋ ਜਿਹਾ ਮੌਸਮ ਹੀ ਕੋਣੀ ਆ। ਉਨੀ ਨਾ ਠੰਡ ਪੈ ਰਹੀ ਹੈ, ਜਿਹੜੀ ਠੰਡ ਕਿ ਅੱਜ ਤੋਂ 2 ਮਹੀਨੇ ਪਹਿਲਾਂ ਪੈਣੀ ਚਾਹੀਦੀ ਸੀ, ਜਦੋਂ ਕਿ ਸੀਜ਼ਨ ਲੱਗਦਾ ਸੀ, ਦੁਕਾਨਦਾਰਾਂ ਦੇ ਵੀ ਸੋਹਣਾ ਕੰਮ ਹੁੰਦਾ ਸੀ। ਠੀਕ ਹੈ, ਇਸ ਵਾਰੀ ਸਰਦੀ ਦਾ ਸੀਜ਼ਨ ਬਿਲਕੁਲ ਹੌਜ਼ਰੀ ਲਾਈਨ ਬਿਲਕੁਲ ਠੱਪ ਹੋ ਚੁੱਕੀ ਹੈ ਔਰ ਬੇਵ ਟਾਈਮ ਤੇ ਜਦੋਂ ਠੰਡ ਪਈ ਹੈ ਤੇ ਇਹਦੇ ਨਾਲ ਕੰਮ ਤਾਂ ਬਿਲਕੁਲ ਹੀ ਠੱਪ ਹੋ ਗਏ ਦੁਕਾਨਦਾਰਾਂ ਦੇ। ਕਰੋਨਾ ਦੀ ਜਿਹੜੀ ਮਾਰ ਪੈ ਰਹੀ ਹੈ ਉਹਦੇ ਕਰਕੇ ਕਿੰਨਾ ਕੁ ਫਰਕ? ਕਰੋਨਾ ਦਾ ਵੀ ਅਸਰ ਦੇਖੋ ਜੀ, ਪਹਿਲਾਂ ਮਾੜਾ ਜਿਹਾ ਜਿਹੜਾ ਘਟਿਆ ਸੀ, ਮਾੜਾ ਮੋਟਾ ਜਿਹਾ ਹੁਣ ਸੁਧਰਨ ਸ਼ੁਰੂ ਹੋਇਆ, ਹੁਣ ਦੁਬਾਰਾ ਤੋਂ ਉਹੀ ਸ਼ੁਰੂ ਹੋ ਗਿਆ। ਦੁਬਾਰਾ ਸਰਕਾਰਾਂ ਦੀਆਂ ਨਵੀਆਂ ਗਾਈਡਲਾਈਨਸ ਆ ਰਹੀਆਂ ਨੇ ਤੇ ਅਸਰ ਤਾਂ ਪੈਂਦਾ ਹੀ ਹੈ ਜੀ। ਤੇ ਇਹਦੇ 'ਚ ਆਪਣੇ ਆਪ ਨੂੰ ਕਿੱਦਾਂ ਸੁਰੱਖਿਤ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਨੇ? ਜੋ ਸੀਗੇ ਆਪਣਾ ਪ੍ਰਸ਼ਾਸਨ ਜੀ ਆਪਣਾ ਗਾਈਡਲਾਈਨਸ ਦਿੰਦੀ ਹੈ ਜੀ, ਉਹਨਾਂ ਦਾ ਪਾਲਣਾ ਕਰਨੀ ਚਾਹੀਦੀ ਹੈ ਔਰ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਉਹਨਾਂ ਦੇ ਜੀ। ਜਿਹੜੀ ਸਾਨੂੰ IMD ਤੋਂ ਫੋਰਕਾਸਟ ਆਈ ਹੈ, ਜਿਹੜੀਆਂ ਕਲਾਊਡ ਪਿਕਚਰਸ ਹੈ, ਉਹਨਾਂ ਦੇ ਅਕੋਰਡਿੰਗਲੀ ਇਸ ਵੇਲੇ ਕਿਉਂਕਿ ਪਿਛਲੇ ਦਿਨਾਂ ਤੋਂ ਅਸੀਂ ਦੇਖਿਆ ਹੈ ਕਿ ਥੋੜਾ ਸਾਫ਼ ਮੌਸਮ ਦੇਖਣ ਨੂੰ ਮਿਲ ਰਿਹਾ ਸੀ, ਧੁੰਦ ਵੀ ਘੱਟ ਪੈ ਰਹੀ ਸੀ ਬਟ ਠੰਡ ਸੀ। ਪਰ ਹੁਣ ਵੈਸਟਰਨ ਡਿਸਟਰਬੈਂਸਿਸ ਆਉਣ ਨਾਲ ਵਾਈਡ ਸਪਰੈਡ ਬਾਰਿਸ਼ ਦੀ ਫੋਰਕਾਸਟ ਹੈ। ਇਹ ਸਿਸਟਮ ਜਿਹੜਾ ਹੈਗਾ ਹੈ ਤਕਰੀਬਨ 4 ਤਰੀਕ ਤੋਂ 4 ਜਨਵਰੀ ਤੋਂ ਐਕਟਿਵ ਹੋ ਜਾਏਗਾ ਐਂਡ ਫਿਰ 4 ਤੋਂ ਸਟਾਰਟ ਹੋ ਕੇ 5 ਤੇ 6 ਨੂੰ ਬਾਰਿਸ਼ ਹੈ, ਫਿਰ ਵਿੱਚ ਥੋੜਾ ਕਲੀਅਰ ਹੋ ਕੇ, ਪਰ ਨਾਲ ਹੀ ਉਹਦੇ ਫਿਰ ਇੱਕ ਲਗਾਤਾਰ ਹੋਰ ਵੈਸਟਰਨ ਡਿਸਟਰਬੈਂਸ ਆ ਰਹੀ ਹੈ। ਸੋ 2 ਲੋ ਪ੍ਰੈਸ਼ਰ ਸਿਸਟਮਸ ਆ ਰਹੇ ਆ ਨਾਲ ਦੇ ਨਾਲ। ਇਸ ਵਾਰੀ ਵਾਈਡ ਸਪਰੈਡ ਰੇਨਫਾਲ ਇਸ ਕਰਕੇ ਵੀ ਹੋਏਗੀ ਕਿ ਅਰੇਬੀਅਨ ਸੀ, ਜਿਹਨੂੰ ਅਸੀਂ ਅਰਬ ਮਹਾਸਾਗਰ ਕਹਿੰਦੇ ਆ, ਉਹਦੇ ਤੋਂ ਵੀ ਇਹਨੇ ਮੋਇਸਚਰ ਲੈਣਾ ਹੈ। ਸੋ ਇਹ ਮੋਇਸਚਰ ਲੈਣਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਵਾਈਡ ਸਪਰੈਡ ਬਾਰਿਸ਼ ਹੋਏਗੀ। ਕਈ ਥਾਵਾਂ 'ਤੇ ਥੋੜੀ ਜ਼ਿਆਦਾ ਬਾਰਿਸ਼ ਵੀ ਹੋ ਸਕਦੀ ਹੈ, ਹੈਵੀ ਰੇਨਫਾਲ ਵੀ ਹੋ ਸਕਦੀ ਹੈ, ਬਟ ਵੈਸੇ ਜ਼ਿਆਦਾਤਰ ਲਾਈਟ ਟੂ ਮੋਡਰੇਟ ਰੇਨਫਾਲ ਹੈ। ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਐਂਡ ਗਰਜ ਚਮਕ ਦੇ ਨਾਲ ਛਿੱਟੇ ਪੈਣਗੇ ਐਂਡ ਨਵੰਬਰ ਦਸੰਬਰ ਮਹੀਨਾ ਕਿਉਂਕਿ ਡਰਾਈ ਗਿਆ, ਸੋ ਇਸ ਕਰਕੇ ਇਹ ਜਿਹੜੀ ਬਾਰਿਸ਼ ਹੈ ਇਸ ਵੇਲੇ ਸੁੱਕੀ ਠੰਡ ਜਿਹੜੀ ਚੱਲ ਰਹੀ ਸੀ ਉਹਦੇ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਵਾਸਤੇ ਸਰਦ ਰੁੱਤ ਦੀ ਜਿਹੜੀ ਫਸਲ ਹੈਗੀ ਹੈ, ਕਣਕ ਹੈ, ਉਹਦੇ ਵਾਸਤੇ ਬੜੀ ਅੱਛੀ ਅਨੁਕੂਲ ਹੈ ਐਂਡ ਇਸ ਵੇਲੇ ਜਿਹੜੀ ਬਾਰਿਸ਼ ਹੋਏਗੀ ਉਹ ਸਾਡੀ ਕਣਕ ਦੀ ਫਸਲ ਵਾਸਤੇ ਲਾਹੇਵੰਦ ਹੋਏਗੀ, ਕਿਉਂਕਿ ਕਿਸਾਨ ਵੀਰਾਂ ਨੂੰ ਫਿਰ ਇਰੀਗੇਟ ਕਰਨ ਦੀ ਲੋੜ ਨਹੀਂ ਪਏਗੀ ਜਿੱਥੇ ਕਿਤੇ ਬਾਰਿਸ਼ ਹੋ ਜਾਏਗੀ। ਸਬਜ਼ੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਇਹ ਬਾਰਿਸ਼ ਕਿਉਂਕਿ ਲਾਈਟ ਰੇਨਫਾਲ ਹੋਏਗੀ, ਸੋ ਲਾਹੇਵੰਦ ਹੋਏਗੀ। ਮੈਮ ਬਰਸਾਤ ਤੋਂ ਬਾਅਦ ਟੈਂਪਰੇਚਰ ਕਿੰਨਾ ਕੁ ਡਾਊਨ ਜਾਏਗਾ? ਇਹਨਾਂ ਦਿਨਾਂ ਦੇ ਵਿੱਚ ਸਾਡੇ ਜਿਹੜੇ ਦਿਨ ਦੇ ਤਾਪਮਾਨ ਹੈ ਉਹ ਤਕਰੀਬਨ 18, 19 ਜਾਂ 20 ਡਿਗਰੀ ਸੈਲਸੀਅਸ ਚੱਲ ਰਹੇ ਨੇ ਤੇ ਰਾਤ ਦੇ ਤਾਪਮਾਨ ਜਿਹੜੇ ਆ ਉਹ 4 ਤੋਂ 6 ਡਿਗਰੀ ਦੇ ਦਰਮਿਆਨ ਨੇ,
ਜਦੋਂ ਇਹ ਸਿਸਟਮ ਪਾਸ ਹੋ ਜਾਏਗਾ ਉਹਦੇ ਬਾਅਦ ਜਿਹੜੇ ਰਾਤ ਦੇ ਟੈਂਪਰੇਚਰ ਹੈਗੇ ਆ ਉਹਨਾਂ 'ਚ ਥੋੜੀ ਗਿਰਾਵਟ ਹੋਏਗੀ, ਬਟ ਵੈਸੇ ਸਾਡੇ ਜਿਹੜੇ ਇਸ ਵੇਲੇ ਟੈਂਪਰੇਚਰ ਚੱਲ ਰਹੇ ਆ ਉਹ ਨੀਅਰਲੀ ਆਪਟੀਮਮ ਨਾਰਮਲ ਰੇਂਜ 'ਚ ਚੱਲ ਰਹੇ ਹੈਗੇ ਆ। ਇਹਨਾਂ ਦਿਨਾਂ ਦੇ ਵਿੱਚ ਇੰਨੇ ਹੀ ਰਿਕਾਰਡ ਕੀਤੇ ਜਾਂਦੇ ਆ, ਕੋਈ ਰਿਕਾਰਡ ਲੋ ਜਾਂ ਹਾਈ ਟੈਂਪਰੇਚਰਸ ਨਹੀਂ ਹੈਗੇ। ਤੇ ਫੌਗ ਦੇ ਵੀ ਆਉਣ ਦੇ ਦਿਨਾਂ ਵਿੱਚ ਜਦੋਂ ਇਹ ਸਿਸਟਮ ਪਾਸ ਕਰੇਗਾ ਐਂਡ ਕਿਉਂਕਿ ਮੋਇਸਚਰ ਕਾफ़ी ਹੋ ਜਾਏਗਾ ਐਂਡ ਟੈਂਪਰੇਚਰਸ ਲੋਅਰਿੰਗ ਹੋ ਜਾਣਗੇ, ਉਹਦੇ ਬਾਅਦ ਫਿਰ ਥੋੜਾ ਫॉगी वेदर ਆਪਾਂ ਦੇਖਾਂਗੇ। बारिश का मौसम स्टार्ट हो गया है, इसके ऊपर जैसे राहत कितनी की राहत मिली है बच्चों के लिए और बुजुर्गों के लिए, कैसे कैसे इनको सेफ्टी रखनी चाहिए? जैसे बरसात शुरुआत हुई है, पिछले दिनों में सूखी ठंड पड़ रही थी, उससे काफ़ी नुकसान भी बच्चों के लिए था, और आने वाले दिनों में अभी बरसात चल रही है, कितना फ़ायदा हो सकता है बच्चों का और बुजुर्गों के लिए? नमस्कार, मैं डॉक्टर दिव्या ESI डिस्पेंसरी नंबर 1 से आपको नमस्ते कहती हूँ। जो पिछले नवंबर दिसंबर में ड्राई कोल्ड चल रही थी, जिसको हम सूखी ठंड बोलते हैं, उससे काफ़ी दिक्कतें आती हैं बुज़ुर्गों को या बच्चों को। क्या होता है कि सूखी ठंड से ज़्यादा वेज़ोस्पाज़म होता है। वेज़ोस्पाज़म क्या होता है कि जो हमारी खून की नाड़ियाँ हैं वो सिकुड़ जाती हैं, इससे BP का खतरा, स्ट्रोक, हाइपरटेंशन और काफ़ी हार्ट की बीमारियाँ होती हैं। और ऐसे ही छोटे बच्चों में निमोनिया का खतरा ज़्यादा होता है, चेस्ट कंजेशन हो जाती है। अब क्या होगा कि जैसे जैसे बारिश आएगी ये सूखी ठंड ख़त्म होगी, ये सब चीज़ें से हमें काफ़ी राहत मिलेगी। इन सब से बचने के लिए हम क्या कर सकते हैं कि जैसे हम कपड़े पहनते हैं, मोटा कपड़ा पहनने की बजाय हम ज़्यादा लेयर्स यूज़ कर सकते हैं। क्या होता है, ज़्यादा लेयर्स यूज़ करने से हमारी बॉडी हीट बॉडी में रहती है और हमें ज़्यादा ठंड नहीं लगती, तो ये सब दिक्कतों से हम बच सकते हैं। और जैसे कि हम जानते हैं इंडियन पॉपुलेशन काफ़ी गरीब है, तो वो लोग क्या करते हैं कि रात को अंगीठी लगा लेते हैं। अब अगर लगा रहे हैं अंगीठी तो अच्छी बात है, वार्मथ मिलेगी, लेकिन दरवाज़ा साथ के साथ खोल लेना चाहिए। क्या होता है कि कोल है या कुछ भी है तो उससे कार्बन मोनोऑक्साइड जो है वो पैदा होती है। कार्बन मोनोऑक्साइड होगी रूम में तो फिर ब्लड में जो ऑक्सीजन है वो कम जाएगी। ब्लड में ऑक्सीजन कम जाएगी तो ब्रेन को ऑक्सीजन कम मिलेगी, और ब्रेन को ऑक्सीजन कम मिलेगी तो बंदा अनकॉन्शियस हो जाएगा, फिर उससे डेथ भी हो सकती है। तो मैं यही सलाह देना चाहूँगी कि ठीक है, ठंड से बचना अच्छी बात है, रज़ाई में बैठो, ज़्यादा कपड़े पहनो, अंगीठी लगानी है लगाओ, बट दरवाज़ा खोल के रखो और सोने से पहले अंगीठी बाहर रख दो। जैसे अभी कोरोना महामारी के चल रहा है, प्रशासन की तरफ से हिदायत है, आपकी तरफ से क्या गाइडलाइंस दी जा रही है कि कोरोना से बचाया जा सके? देखिए, कोरोना की तो सेम गाइडलाइंस रहेंगी कि मास्क पहन के रखो, ज़्यादा भीड़ वाली जगह पे मत जाओ, अपनी सारी प्रिकॉशंस फॉलो करो, यही कहूँगी मैं।